ਡੀਲਰਾਂ ਕੋਲੇ पोर्टल ਚੱਲਦੇ ਸੀ 1 ਲੱਖ ਰੁਪਇਆ ਫੀਸ ਦੇ ਨਾਲ। ਸਰਕਾਰ ਨੇ 8 ਮਹੀਨੇ ਪਹਿਲਾਂ ਉਹ 1 ਲੱਖ ਰੁਪਏ ਤੋਂ 5 ਲੱਖ ਰੁਪਇਆ पोर्टल ਫੀਸ ਕਰਤੀ ਡਿਊ ਟੂ ਇਹਨੂੰ ਟਰੈਕਟਰ ਨੂੰ ਐਗਰੀਕਲਚਰ ਚੋਂ ਕੱਢ ਕੇ ਕਮਰਸ਼ੀਅਲ ਦੇ ਵਿੱਚ ਪਾਤਾ। 23 ਤੱਕ ਇਹ ਆਰਸੀਆਂ ਬਣਨੀਆਂ ਸੀਗੀਆਂ, ਜਿਹੜੀ ਕਿ ਲਾਸਟ ਡੇਟ ਹੈ। ਜਿਹੜੇ ਕਿਸਾਨਾਂ ਨੇ ਆਰਸੀ ਬਣਾਉਣ ਲਈ ਅਪਲਾਈ ਨਹੀਂ ਕੀਤਾ ਜਾਂ ਡੀਲਰ ਉਹ 8 ਮਹੀਨੇ ਦੇ ਦੌਰਾਨ ਆਰਸੀ ਨਹੀਂ ਬਣਾ ਸਕੇ, ਉਹ 30/6 ਤੋਂ ਬਾਅਦ ਰਜਿਸਟਰ ਨਹੀਂ ਹੋਣੀ। ਜਦ ਸਾਡੇ पोर्टल ही ਬੰਦ ਨੇ, ਅਸੀਂ ਕਿਵੇਂ ਰਜਿਸਟਰ ਕਰਾਂਗੇ ਆਰਸੀਆਂ? ਦੁਬਾਰਾ ਤੋਂ ਸਰਕਾਰ ਕਹਿ ਰਹੀ ਹੈ ਕਿ 5 ਲੱਖ ਭਰੋ, ਉਸ ਤੋਂ ਬਾਅਦ ਤੁਹਾਡਾ ਕੰਮਕਾਜ ਚੱਲੂ। ਬਿਲਕੁਲ ਆਰਸੀਆਂ ਬਿਲਕੁਲ ਬੰਦ ਪਈਆਂ। ਜੇ 5 ਲੱਖ ਭਰਾਂਗੇ ਤਾਂ ਗ੍ਰੈਜੂਏਸ਼ਨ ਦਾ ਸਰਟੀਫਿਕੇਟ, ਟ੍ਰੇਡ ਸਰਟੀਫਿਕੇਟ ਲਵਾਂਗੇ ਤਾਂ ਸਾਡੇ पोर्टल ਚੱਲਣਗੇ, ਤਾਂ ਜੋ ਅਸੀਂ ਕਿਸਾਨਾਂ ਦੀਆਂ ਆਰਸੀਆਂ ਬਣਾ ਸਕਦੇ ਹਾਂ। ਸਰਕਾਰ ਦੇ ਅਫਸਰ ਪਾਲਿਸੀ ਬਣਾਉਂਦੇ ਆ, ਰੇਤਾ ਬਾਜਰੀ ਲਈ ਇਹਨਾਂ ਨੇ ਟਰੈਕਟਰ ਟਰਾਲੀ ਲਾਗੂ ਕੀਤਾ ਹੈ, ਪਰ ਆਰਸੀ ਤੋਂ ਬਿਨਾਂ ਉਹ ਉਹਨਾਂ ਨੂੰ ਪਰਮਿਟ ਨਹੀਂ ਮਿਲਦਾ, ਸੜਕ ਤੇ ਨਹੀਂ ਚੜ੍ਹਦਾ। ਭਗਵੰਤ ਮਾਨ ਸਰਕਾਰ ਇੱਕ ਪਾਸੇ ਤਾਂ ਵਾਅਦੇ ਕਰਦੀ ਹੈ ਕਿ ਹਾਂ ਪੰਜਾਬ ਦੇ ਵਿੱਚ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ ਜਾਣਗੇ, ਬਟ ਇਹੋ ਜਿਹੀਆਂ ਕੰਡੀਸ਼ਨਾਂ ਲਾਈਆਂ ਜਾ ਰਹੀਆਂ ਨੇ ਕਿ ਹਾਂ ਉਹਨਾਂ ਨੂੰ ਇੱਥੋਂ ਛੱਡ ਕੇ ਬਾਹਰ ਜਾਣਾ ਪੈ ਰਿਹਾ। ਸੋਚਦੇ ਹੋਣੇ ਕਿਸਾਨੀ ਲਈ, ਡੀਲਰ ਲਈ ਬਿਲਕੁਲ ਠੀਕ ਹੈ, ਪਰ ਜਿਹੜੇ ਆਫੀਸਰ ਲੌਬੀ ਬੈਠੀ ਉਹਨਾਂ ਨੂੰ ਪਤਾ ਨਹੀਂ। ਉਹਨਾਂ ਨੇ ਬਹਿ ਕੇ ਪਾਲਿਸੀ ਬਣਾਤੀ ਕਿ 4 ਵੀਲਰ ਇੱਕੋ ਹੀ ਗੱਲ ਹੈ। ਕਾਰ ਤੇ ਟਰੈਕਟਰ 'ਚ ਫਰਕ ਹੈ। ਕਾਰ ਦਾ ਡੀਲਰ 2 ਡਿਸਟ੍ਰਿਕਟ ਦਾ ਇੱਕ ਹੈ, ਉਹ 500 ਕਾਰ ਵੇਚਦਾ। ਅਸੀਂ 50 ਟਰੈਕਟਰ ਵੇਚਦੇ ਹਾਂ, ਤਹਿਸੀਲ ਲੈਵਲ ਤੇ ਆ, ਇੱਕ ਜ਼ਿਲ੍ਹੇ 'ਚ 25 30 ਡੀਲਰ ਨੇ। ਇਹਦੇ ਨਾਲ ਜ਼ਿਮੀਂਦਾਰ ਵੀ ਇਫੈਕਟ ਕਰ ਰਿਹਾ, ਕਾਰੋਬਾਰੀ ਵੀ ਇਫੈਕਟ ਕਰ ਰਿਹਾ। ਸਰਕਾਰ ਤਾਂ ਕਹਿ ਰਹੀ ਅਸੀਂ ਕਾਰੋਬਾਰੀਆਂ ਨੂੰ ਵੀ ਕਰਨਾ, ਰੁਜ਼ਗਾਰ ਵੀ ਦੇਣਾ, ਬਾਹਰ ਜਾਂਦੇ ਮੁੰਡੇ ਵੀ ਰੋਕਣੇ ਆ, ਤੇ ਮੁੰਡੇ ਕਿਵੇਂ ਰੋਕਣਗੇ? ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ। ਮੈਂ ਅਮਨਦੀਪ ਸਿੰਘ ਮਾਝਾ। ਪੰਜਾਬ ਦੇ ਵਿੱਚ ਨਵੇਂ ਟਰੈਕਟਰਾਂ ਦੀਆਂ ਕਾਪੀਆਂ ਨਹੀਂ ਬਣ ਰਹੀਆਂ, ਆਰਸੀਆਂ ਨਹੀਂ ਬਣ ਰਹੀਆਂ, ਜਿਸ ਤੋਂ ਬਾਅਦ ਪੰਜਾਬ ਟਰੈਕਟਰ ਐਸੋਸੀਏਸ਼ਨ ਬਣੀ ਹੋਈ ਹੈ, ਜਿਹੜੀ ਇਕੱਠੀ ਹੋਈ ਹੈ। ਇਕੱਠੀ ਹੋ ਕੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਜ਼ਿਲ੍ਹੇ 'ਚ ਪਹੁੰਚੇ ਨੇ। ਉੱਥੇ ਪ੍ਰੈਸ ਕਾਨਫਰੰਸ ਰੱਖੀ ਆ ਕਿ ਸਾਨੂੰ ਵੱਡੀਆਂ ਦਿੱਕਤਾਂ ਆ ਰਹੀਆਂ ਨੇ। ਉਹ ਕਿਹੜੀਆਂ ਦਿੱਕਤਾਂ ਨੇ ਉਹ ਵੀ ਤੁਹਾਨੂੰ ਇਹਨਾਂ ਤੋਂ ਜਾਣੂ ਕਰਵਾਵਾਂਗੇ। ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਪੂਰੇ ਪੰਜਾਬ ਦੇ ਟਰੈਕਟਰ ਡੀਲਰਜ਼ ਐਸੋਸੀਏਸ਼ਨ ਦੇ ਆਗੂ ਇੱਥੇ ਪਹੁੰਚੇ ਹੋਏ ਨੇ, ਇਕੱਠੇ ਹੋਏ ਨੇ ਕਿ ਵੱਡੀਆਂ ਮੁਸੀਬਤਾਂ ਆ ਰਹੀਆਂ ਨੇ, ਕਿਸਾਨਾਂ ਨੂੰ ਵੀ ਵੱਡੀਆਂ ਦਿੱਕਤਾਂ ਆ ਰਹੀਆਂ ਨੇ। ਡੀਲਰਜ਼ ਐਸੋਸੀਏਸ਼ਨ ਦੇ ਆਗੂ ਪਹੁੰਚੇ ਨੇ ਪੂਰੇ ਪੰਜਾਬ ਦੇ। ਗੱਲਬਾਤ ਵੀ ਕਰਾਂਗੇ। ਪੰਜਾਬ ਪ੍ਰਧਾਨ ਸਾਡੇ ਨਾਲ ਮੌਜੂਦ ਨੇ। ਪ੍ਰਧਾਨ ਜੀ, ਕੀ ਨਾਮ ਹੈ ਜੀ ਆਪਣਾ? ਪੀਯੂਸ਼ ਬਾਂਸਲ ਆਟੋਮੋਬਾਈਲ ਸੁਨਾਮ ਤੋਂ ਜੀ, ਆਈਸ਼ੋ ਟਰੈਕਟਰ ਡੀਲਰ। ਠੀਕ ਹੈ ਜੀ। ਤੇ ਦਿੱਕਤਾਂ ਕੀ ਨੇ? ਜਿਵੇਂ ਤੁਸੀਂ ਅੱਜ ਇਕੱਠੇ ਹੋਏ ਹੋ, ਪ੍ਰੈਸ ਕਾਨਫਰੰਸ ਕੀਤੀ ਹੈ ਜੀ, ਕੀ ਦਿੱਕਤਾਂ ਆ ਰਹੀਆਂ ਨੇ ਤੇ ਜਿਹੜੀਆਂ ਨਵੀਆਂ ਆਰਸੀਜ਼ ਨੇ ਉਹ ਕਿਉਂ ਨਹੀਂ ਬਣ ਰਹੀਆਂ? ਅਸੀਂ ਪੰਜਾਬ ਦੇ ਸਾਰੇ ਨੁਮਾਇੰਦੇ ਉਰੇ ਇਕੱਠੇ ਹੋਏ ਹਾਂ, ਟਰੈਕਟਰ ਡੀਲਰ। ਸਾਡੀਆਂ ਪਿਛਲੇ 8 ਮਹੀਨਿਆਂ ਤੋਂ ਸਰਕਾਰ ਨੇ ਸਾਡੇ पोर्टल ਬੰਦ ਕਰ ਰੱਖੇ ਨੇ, ਜਿੱਤੇ ਅਸੀਂ ਆਰਸੀਆਂ ਬਣਾਉਂਦੇ ਸੀਗੇ। ਸਰਕਾਰ ਨੇ ਪਹਿਲਾਂ ਡਾਇਰੈਕਟਲੀ ਆਰਟੀ ਆਫਿਸ ਤੇ ਐਸਡੀਐਮ ਆਫਿਸ ਤੇ ਵੀ ਆਰਸੀਆਂ ਬੰਦ ਕਰ ਰੱਖੀਆਂ ਨੇ ਕਿ ਉਹ ਨਹੀਂ ਬਣਾਉਣਗੇ, ਡਾਇਰੈਕਟਲੀ ਡੀਲਰ ਹੀ ਬਣਾਉਣਗੇ। ਆਲਰੇਡੀ ਡੀਲਰਾਂ ਕੋਲੇ पोर्टल ਚੱਲਦੇ ਸੀ 1 ਲੱਖ ਰੁਪਇਆ ਫੀਸ ਦੇ ਨਾਲ। ਸਰਕਾਰ ਨੇ 8 ਮਹੀਨੇ ਪਹਿਲਾਂ ਉਹ 1 ਲੱਖ ਰੁਪਏ ਤੋਂ 5 ਲੱਖ ਰੁਪਇਆ पोर्टल ਫੀਸ ਕਰਤੀ ਡਿਊ ਟੂ ਇਹਨੂੰ ਟਰੈਕਟਰ ਨੂੰ ਐਗਰੀਕਲਚਰ ਚੋਂ ਕੱਢ ਕੇ ਕਮਰਸ਼ੀਅਲ ਦੇ ਵਿੱਚ ਪਾਤਾ। ਤੇ ਨਾਲ ਹੀ ਹੋਰ 1-2 ਟ੍ਰੇਡ ਸਰਟੀਫਿਕੇਟ ਕਹਿਤਾ ਵੀ ਟ੍ਰੇਡ ਸਰਟੀਫਿਕੇਟ ਜਿਹੜਾ ਗ੍ਰੈਜੂਏਟ ਹੋਊਗਾ ਉਹੀ ਲੈ ਸਕਦਾ। ਇਹਨਾਂ ਦਿੱਕਤਾਂ ਕਰਕੇ ਇਹ ਆਰਸੀਆਂ ਬਿਲਕੁਲ ਨਹੀਂ ਬਣ ਪਾ ਰਹੀਆਂ ਪਿਛਲੇ 8 ਮਹੀਨਿਆਂ ਤੋਂ। ਟਰਮ 3 ਇੱਕ ਸਰਕਾਰ ਦੀ ਉਹ ਸੀਗੀ ਪਾਲਿਸੀ ਦੇ ਅਗੇਂਸਟ 30/6/2023 ਤੱਕ ਇਹ ਆਰਸੀਆਂ ਬਣਨੀਆਂ ਸੀਗੀਆਂ, ਜਿਹੜੀ ਕਿ ਲਾਸਟ ਡੇਟ ਹੈ। ਜਿਹੜੇ ਕਿਸਾਨਾਂ ਨੇ ਆਰਸੀ ਬਣਾਉਣ ਲਈ ਅਪਲਾਈ ਨਹੀਂ ਕੀਤਾ ਜਾਂ ਡੀਲਰ ਉਹ 8 ਮਹੀਨੇ ਦੇ ਦੌਰਾਨ ਆਰਸੀ ਨਹੀਂ ਬਣਾ ਸਕੇ, ਉਹ 30/6 ਤੋਂ ਬਾਅਦ ਰਜਿਸਟਰ ਨਹੀਂ ਹੋਣੀ। ਜਦ ਸਾਡੇ पोर्टल ਹੀ ਬੰਦ ਨੇ, ਅਸੀਂ ਕਿਵੇਂ ਰਜਿਸਟਰ ਕਰਾਂਗੇ ਆਰਸੀਆਂ? ਨਹੀਂ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਤੁਹਾਡੀ 1 ਲੱਖ ਸੀ 1 ਸਾਲ ਦੀ ਜਿਹੜੀ। ਜੀ ਸਰ, 1 ਲੱਖ ਰੁਪਇਆ ਸੀਗੀ, 1 ਸਾਲ ਦੀ ਨਹੀਂ ਸੀ ਉਹ। पोर्टल ਫੀਸ ਸਿਕਿਉਰਿਟੀ 1 ਲੱਖ ਸੀਗੀ, ਜਿਹੜੀ ਕਿ ਹੁਣ 5 ਲੱਖ ਕਰਤੀ। ਠੀਕ ਹੈ, ਜਾਨੀ ਕਿ ਦੁਬਾਰਾ ਤੋਂ ਸਰਕਾਰ ਕਹਿ ਰਹੀ ਹੈ ਕਿ 5 ਲੱਖ ਭਰੋ, ਉਸ ਤੋਂ ਬਾਅਦ ਤੁਹਾਡਾ ਕੰਮਕਾਜ ਚੱਲੂ। ਬਿਲਕੁਲ ਆਰਸੀਆਂ ਬਿਲਕੁਲ ਬੰਦ ਪਈਆਂ। ਜੇ 5 ਲੱਖ ਭਰਾਂਗੇ ਤਾਂ ਗ੍ਰੈਜੂਏਸ਼ਨ ਦਾ ਸਰਟੀਫਿਕੇਟ, ਟ੍ਰੇਡ ਸਰਟੀਫਿਕੇਟ ਲਵਾਂਗੇ ਤਾਂ ਸਾਡੇ पोर्टल ਚੱਲਣਗੇ, ਤਾਂ ਜੋ ਅਸੀਂ ਕਿਸਾਨਾਂ ਦੀਆਂ ਆਰਸੀਆਂ ਬਣਾ ਸਕਦੇ ਹਾਂ। ਜੇ ਕਿਸਾਨਾਂ ਦੀ ਆਰਸੀਆਂ ਨਹੀਂ ਬਣਨਗੀਆਂ, ਉਹਨਾਂ ਨੂੰ ਸਬਸਿਡੀ ਨਹੀਂ ਮਿਲਣੀ। ਉਹਨਾਂ ਨੂੰ ਜਿਹੜੇ ਸਬਸਿਡਾਈਜ਼ਡ ਜਿੰਨੇ ਵੀ ਇੰਪਲੀਮੈਂਟ ਨੇ, ਜਿਹੜੀ ਸਰਕਾਰ ਪਾਲਿਸੀ ਕੱਢ ਰਹੀ ਹੈ ਡੇ ਟੂ ਡੇ ਪਰਾਲੀ ਨੂੰ ਬਚਾਉਣ ਲਈ, ਉਹ ਉਹਨਾਂ ਨੂੰ ਮਿਲਣੇ ਹੀ ਨਹੀਂ, ਰਜਿਸਟਰ ਨਹੀਂ ਹੋ ਪਾਣੇ ਉਹ। ਠੀਕ ਹੈ। ਨਹੀਂ, ਵੈਸੇ ਜਿਹੜੇ ਨਵੇਂ ਟਰੈਕਟਰ ਹੁਣ ਵੇਚ ਰਹੇ ਹੋ ਤੁਸੀਂ, ਬਿਨਾਂ ਆਰਸੀਆਂ ਤੋਂ ਫਿਲਹਾਲ ਚੱਲ ਰਹੇ ਨੇ? ਨਹੀਂ, ਅਸੀਂ ਟਰੈਕਟਰ ਵੇਚ ਦਿੰਦੇ ਹਾਂ। ਅਸੀਂ ਕਿਸਾਨ ਨੂੰ ਕਹਿੰਦੇ ਵੀ ਆਰਸੀ ਜਦੋਂ ਇਹ पोर्टल ਚੱਲੂਗੇ ਫਿਰ ਮਿਲੂਗੀ। ਤੂੰ ਬੀਅਰ ਕਰ ਸਕਦਾ 8 ਮਹੀਨੇ, 6 ਮਹੀਨੇ, 2 ਮਹੀਨੇ, ਜਦੋਂ ਸਰਕਾਰ ਦੀ ਪਾਲਿਸੀ ਕੋਈ ਹੋਊਗੀ ਤਾਂ ਅਸੀਂ ਤੈਨੂੰ ਬਣਵਾ ਕੇ ਦੇ ਦਾਂਗੇ। ਸਾਡੇ ਤੋਂ ਬਿੱਲ ਲੈ ਜਾ, ਤੂੰ ਆਪ ਬਣਵਾ ਲੈ। ਜੇ ਆਰਟੀ ਆਫਿਸ ਬਣਾਦਾ, ਜੇ ਅਸੀਂ ਬਣਾਵਾਂਗੇ, ਜੇ ਸਾਡਾ पोर्टल ਚੱਲੂਗਾ ਅਸੀਂ ਬਣਾ ਦੇਵਾਂਗੇ। ਪਰ ਪੈਂਡਿੰਗ ਪਈਆਂ ਨੇ ਪਿਛਲੇ 8 ਮਹੀਨਿਆਂ ਤੋਂ ਸਭ ਦੀਆਂ ਆਰਸੀਸ। ਠੀਕ ਹੈ। ਵੈਸੇ ਤੁਸੀਂ ਸਰਕਾਰ ਨਾਲ ਕੋਈ ਕੰਟੈਕਟ, ਕੋਈ ਸੰਪਰਕ ਕੀਤਾ, ਕੋਈ ਗੱਲਬਾਤ? ਅਸੀਂ ਸਰਕਾਰ ਨਾਲ ਆਪਣੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜੀ ਨੂੰ ਮਿਲੇ, ਵਿੱਤ ਮੰਤਰੀ ਹਰਪਾਲ ਚੀਮਾ ਜੀ ਨੂੰ ਮਿਲੇ, ਸੀਐਮ ਸਾਹਿਬ ਦੇ OSD ਰਾਜਵਿੰਦਰ ਜੀ ਨੂੰ ਮਿਲੇ। ਅਸੀਂ ਉਹਨਾਂ ਤੱਕ ਸਾਰੀ ਆਪਣੀ ਗੱਲ ਪਹੁੰਚਾਈ ਹੈ, ਪਰ ਸਾਨੂੰ ਹੁਣ ਤੱਕ ਕੋਈ ਰਿਸਪੌਂਸ ਨਹੀਂ ਮਿਲਿਆ। ਠੀਕ ਹੈ।
ਵੈਸੇ ਹੁਣ ਕੀ ਲੱਗਦਾ ਜਦੋਂ ਰਿਸਪੌਂਸ ਨਹੀਂ ਮਿਲਿਆ, ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਆ, ਉਸ ਤੋਂ ਬਾਅਦ ਕੀ ਤੁਹਾਡਾ ਕਿਤੇ ਨਾ ਕਿਤੇ ਕੋਈ ਪ੍ਰੋਟੈਸਟ, ਕੀ ਗੱਲਬਾਤ ਹੋਊ ਤੁਹਾਡੀ? ਅਸੀਂ ਸੰਘਰਸ਼ ਤਿੱਖਾ ਕਰਾਂਗੇ। ਕਿਸਾਨ ਯੂਨੀਅਨ ਨੂੰ ਕਿਸਾਨਾਂ ਦੀ ਜਿਹੜੀ ਮਤਲਬ ਆਰਸੀ ਦੀ ਦਿੱਕਤ ਆ ਰਹੀ ਹੈ ਉਹਦੇ ਬਾਰੇ ਦੱਸਾਂਗੇ, ਤਾਂ ਫਿਰ ਸੰਘਰਸ਼ ਤਿੱਖਾ ਸਾਨੂੰ ਕਰਨਾ ਪਊਗਾ ਜੇ ਸਰਕਾਰ ਸਾਡੀ ਨਹੀਂ ਗੱਲ ਸੁਣੂਗੀ। ਅਸੀਂ ਫਿਲਹਾਲ ਤਾਂ ਸਰਕਾਰ ਨੂੰ ਇਹ ਪ੍ਰੈਸ ਕਾਨਫਰੰਸ ਰਾਹੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਸਾਡੀ ਇਹ ਗੱਲ ਸੁਣੀ ਜਾਵੇ ਤੇ ਸਾਡੀ ਇਹ ਜਿਹੜੀ ਪੁਰਾਣੀ ਪੋਰਟਲ ਫੀਸ ਹੈ ਉਹੀ ਬਹਾਲ ਕੀਤੀ ਜਾਵੇ। ਬਿਲਕੁਲ ਜੀ, ਹਾਂਜੀ ਹਾਂਜੀ। ਇੱਕ ਇਹਦੇ ਵਿੱਚ ਗੱਲ ਵੀਰ ਜੀ ਹੋਰ ਵੀ ਹੈ, ਇਹ ਵੀ ਜ਼ਰੂਰੀ ਹੈ ਵੀ ਜਿਹੜਾ ਪਹਿਲਾਂ ਪੋਰਟਲ ਲੈਣਾ ਕੋਈ ਲਾਜ਼ਮੀ ਨਹੀਂ ਸੀਗਾ। ਬਹੁਤ ਸਾਰੇ ਟਰੈਕਟਰ ਡੀਲਰ ਇਹੋ ਜਿਹੇ ਆ ਜਿਨ੍ਹਾਂ ਨੇ ਪਹਿਲਾਂ ਪੋਰਟਲ ਲਿਆ ਹੀ ਨਹੀਂ ਹੋਇਆ। ਡਾਇਰੈਕਟ ਆਰਟੀਓ ਆਫਿਸ ਜਾਂ ਡੀਟੀਓ ਆਫਿਸ ਜਾਂ ਐਸਡੀਐਮ ਆਫਿਸ ਦੇ ਵਿੱਚ ਕਸਟਮਰ ਵੱਲੋਂ ਜਾਂ ਡੀਲਰ ਵੱਲੋਂ ਅਪਲਾਈ ਕਰਕੇ ਕਾਗਜ਼ ਆਰਸੀ ਜਿਹੜੀ ਹੈਗੀ ਹੈ ਬਣਵਾਈ ਜਾਂਦੀ ਸੀ। ਡੀਲਰ ਮਤਲਬ ਪੋਰਟਲ ਲਏ ਹੋਏ ਵਾਲੇ ਡੀਲਰ ਤਾਂ ਬਹੁਤ ਹੀ ਘੱਟ ਗਿਣਤੀ ਨੇ, ਜ਼ਿਆਦਾਤਰ ਕੋਲੇ ਪੋਰਟਲ ਹੈ ਹੀ ਨਹੀਂ ਪਹਿਲਾਂ। ਠੀਕ ਹੈ ਜੀ, ਐਵੇਂ ਹੀ ਚੱਲਦਾ ਸੀ ਪਹਿਲਾਂ, ਚੱਲੀ ਜਾਂਦਾ ਪਹਿਲਾਂ ਡਾਇਰੈਕਟ ਹੀ ਤੁਸੀਂ ਜਾ ਕੇ ਆਰਟੀਓ ਆਫਿਸ ਦੇ ਵਿੱਚੋਂ ਆਰਸੀ ਜਿਹੜੀ ਸੀ ਆਪਣੀ ਬਣ ਜਾਂਦੀ ਸੀ। ਹੁਣ ਦੂਸਰੀ ਗੱਲ, ਆਪਣੇ ਗੁਆਂਢੀ ਰਾਜ ਲੈ ਲਓ। ਇੱਕ ਪਾਸੇ ਤਾਂ ਆਪਣੀ ਸਰਕਾਰ ਕਹਿੰਦੀ ਹੈ ਵੀ ਅਸੀਂ ਆਮ ਆਦਮੀ ਦੀ ਸਰਕਾਰ ਹੈ, ਅਸੀਂ ਆਮ ਆਦਮੀ ਨੂੰ ਸਹੂਲਤਾਂ ਦੇਣੀਆਂ, ਭ੍ਰਿਸ਼ਟਾਚਾਰ ਮੁਕਤ ਅਸੀਂ ਸਿਸਟਮ ਨੂੰ ਕਰਨਾ ਹੈ। ਤਾਂ ਆਪਣੇ ਤੋਂ ਜਿਹੜੇ ਡੀਲਰਾਂ ਨੇ ਚਲੋ ਪਹਿਲਾਂ 1 ਲੱਖ ਸਿਕਿਉਰਿਟੀ ਫੀਸ ਭਰ ਕੇ ਪੋਰਟਲ ਲਏ ਹੋਏ ਸੀ, ਉਹਨਾਂ ਨੂੰ ਤਾਂ ਚਲੋ ਵੱਧ ਦੇਣਾ ਹੀ ਪੈਣਾ। ਜਿਨ੍ਹਾਂ ਕੋਲੇ ਪਹਿਲਾਂ ਹੀ ਪੋਰਟਲ ਨਹੀਂ ਹੈਗਾ ਸੀ ਉਹਨਾਂ ਨੂੰ ਵੀ ਹੁਣ 5 ਲੱਖ ਸਰਕਾਰ ਸਿਕਿਉਰਿਟੀ ਮੰਗ ਰਹੀ ਹੈ। ਜਦ ਕਿ ਤੁਸੀਂ ਆਪਣੇ ਗੁਆਂਢੀ ਰਾਜਾਂ 'ਚ ਚਲੇ ਜਾਓ, ਤੁਸੀਂ ਹਰਿਆਣਾ ਜਾ ਵੜੋ, ਰਾਜਸਥਾਨ ਜਾ ਵੜੋ, ਉੱਥੇ ਜਿਹੜੀ ਇਹਦੀ ਪੋਰਟਲ ਦੀ ਸਿਕਿਉਰਿਟੀ ਹੈਗੀ ਹੈ ਸਿਰਫ 11,000 ਰੁਪਏ ਆ। ਠੀਕ ਹੈ, ਜਾਣੀ ਕਿ ਪਹਿਲਾਂ ਵੀ ਵੱਧ ਸੀ, ਆਪਣੇ ਪੰਜਾਬ 'ਚ ਪਹਿਲਾਂ ਹੀ ਜ਼ਿਆਦਾ ਸੀ। ਪੰਜਾਬ ਦੇ ਵਿੱਚ ਪਹਿਲਾਂ ਹੀ ਮਤਲਬ ਕਹਿ ਲਓ ਵੀ ਬਹੁਤ ਜ਼ਿਆਦਾ ਸੀ, ਜਦ ਕਿ ਗੁਆਂਢੀ ਰਾਜਾਂ ਸਿਰਫ 11,000 ਰੁਪਇਆ ਹੈ। ਹੁਣ ਇਹਨਾਂ ਨੇ ਹੁਣ ਲੱਖ ਤੋਂ ਚੱਕ ਕੇ 5 ਲੱਖ ਕਰਤੀ। ਦੂਸਰੇ ਪਾਸੇ ਜਿਹੜਾ ਇਹਨਾਂ ਨੇ 5 ਲੱਖ ਕਰਨ ਦਾ ਕਾਰਨ ਕੀ ਹੈ? ਦੇਖੋ ਆਪਣੇ ਜਿਹੜੀਆਂ ਲਗਜ਼ਰੀ ਕਾਰਾਂ ਦੇ ਵਿੱਚ ਤੁਸੀਂ ਛੋਟੇ ਤੋਂ ਛੋਟੀ ਕਾਰ ਲੈ ਲਓ, ਉਹਦੀ ਆਰਸੀ ਦੀ ਜਿਹੜੀ ਫੀਸ ਹੈ 50,000 60,000 70,000 ਹੈ। ਜੇ ਵੱਡੀ ਫੋਰਚੂਨਰ ਵਰਗੇ ਗੱਡੀ 2.5-3 ਲੱਖ ਰੁਪਇਆ ਉਹਦੀ ਜਿਹੜੀ ਰੋਡ ਟੈਕਸ ਫੀਸ ਉਹਦੀ ਬਣਦੀ ਹੈ। ਬੇਸਿਕਲੀ ਤਾਂ ਮਤਲਬ ਕਾਰ ਡੀਲਰਾਂ ਕੋਲੇ ਜਿਹੜਾ ਰੈਵਨਿਊ ਰੋਡ ਟੈਕਸ ਦਾ ਇਕੱਠਾ ਹੁੰਦਾ ਹੈ ਪੋਰਟਲ ਦੇ ਥਰੂ, ਉਹਨੂੰ ਸੇਫ ਸਾਈਡ ਕਰਨ ਵਾਸਤੇ ਸਰਕਾਰ ਨੇ ਇਹ ਸਿਕਿਉਰਿਟੀ ਵਧਾਈ। ਪਰ ਜਿਹੜਾ ਟਰੈਕਟਰ ਹੈ, ਟਰੈਕਟਰ ਇੱਕ ਐਗਰੀਕਲਚਰ ਇੰਪਲੀਮੈਂਟ ਹੈ, ਇਹ ਬਿਲਕੁਲ ਐਗਜ਼ੈਂਪਟਡ ਹੈ ਹਰ ਕਿਸਮ ਦੇ ਟੈਕਸ ਤੋਂ। ਨਾ ਇੱਥੇ ਕੋਈ ਟੋਲ ਟੈਕਸ, ਨਾ ਰੋਡ ਟੈਕਸ, ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਲੱਗਦਾ ਸੀਗਾ, ਕਿਉਂਕਿ ਇਹਨੂੰ ਕਿਸਾਨ ਦਾ ਗੱਡਾ ਕਿਹਾ ਜਾਂਦਾ। ਠੀਕ ਹੈ ਜੀ, ਤੇ ਇਹਨਾਂ ਨੇ ਹੁਣ ਇਹਦੇ 'ਚ ਮੈਂ ਸਰਕਾਰ ਦੇ ਵੀ ਜਿਹੜੇ ਕਹਿ ਲਓ ਵੀ IAS ਲੌਬੀ ਹੈ ਜਿਹੜੀ ਚਾਰਟਰ ਕਰਦੀ ਹੈ ਸਾਰੇ ਸਿਸਟਮ ਜਾਂ ਨਵੇਂ ਇੰਪਲੀਮੈਂਟ ਕਰਦੀ ਹੈ, ਬਿਊਰੋਕ੍ਰੇਸੀ ਹੈ, ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਪ੍ਰੈਕਟੀਕਲੀ ਨੌਲੇਜ ਨਹੀਂ ਹੈਗੀ। ਉਹਨਾਂ ਨੇ ਚੱਕ ਕੇ, ਕਿਉਂਕਿ ਟਰੈਕਟਰ ਵੀ 4 ਵੀਲਰ ਹੈ, ਕੰਬਾਈਨ 4 ਵੀਲਰ ਹੈ, ਜਦ ਕਿ ਹੈਗੇ ਬਿਲਕੁਲ ਇਹ ਖੇਤੀਬਾੜੀ ਵਾਲੇ ਇੰਪਲੀਮੈਂਟਸ ਹੈ। ਠੀਕ ਹੈ, ਐਗਜ਼ੈਂਪਟਡ ਹੈ, ਇਹਨੂੰ ਚੱਕ ਕੇ ਉਹੀ ਕਾਰਾਂ ਵਾਲੀ ਕੈਟਾਗਰੀ 'ਚ ਪਾਤਾ। ਤਾਂ ਇਹਦੇ ਪੋਰਟਲ ਦੀ ਫੀਸ ਵੀ ਜੀ ਉਹ ਕਹਿੰਦੇ ਜਿਹੜੀ ਸਿਕਿਉਰਿਟੀ ਹੈਗੀ ਆ 5 ਲੱਖ ਜਮ੍ਹਾਂ ਕਰਵਾਓ। ਦੂਸਰੇ ਪਾਸੇ ਹੁਣ ਜਿਹੜਾ ਨਵੇਂ ਟਰੈਮ 4 ਇੰਜਨ ਆ ਗਏ ਜੀ, ਠੀਕ ਹੈ, CRDI ਇੰਜਨ ਆ ਗਏ। ਹੁਣ ਜਿਹੜੇ ਪਹਿਲਾਂ ਇਦੋਂ ਟਰੈਮ 3 ਇੰਜਨ ਹੈਗੇ ਆ, ਉਹਨਾਂ ਦੀ ਜਿਹੜੀ ਮਤਲਬ ਆਰਸੀ ਬਣਨ ਦੀ ਸੈਂਟਰ ਗਵਰਨਮੈਂਟ ਵੱਲੋਂ ਲਾਸਟ ਡੇਟ 30 ਜੂਨ। ਠੀਕ ਹੈ, ਹੁਣ 30 ਜੂਨ ਤੋਂ ਬਾਅਦ ਜਿਹਦੀ ਆਰਸੀ ਨਹੀਂ ਬਣੀ ਉਹਦੀ ਆਰਸੀ ਬਣ ਹੀ ਨਹੀਂ ਸਕਦੀ ਕਿਸੇ ਵੀ ਕਿਸਮ ਤਰ੍ਹਾਂ। ਤੇ ਪਿਛਲੇ 8 ਮਹੀਨਿਆਂ ਤੋਂ ਕੰਮ ਬੰਦ ਪਿਆ। ਪਿਛਲੇ 2-3 ਮਹੀਨੇ ਤਾਂ ਸਰਕਾਰ ਕੋਲੇ ਸਮਾਰਟ ਕਾਰਡ ਹੀ ਹੈ ਨਹੀਂ ਸੀਗੇ ਜਿਹਦੇ ਉੱਤੇ ਆਰਸੀ ਪ੍ਰਿੰਟ ਹੋ ਕੇ ਆਉਣੀ ਹੈ, ਜਿਹਦੇ ਕਰਕੇ ਘੱਟ ਤੋਂ ਘੱਟ ਨਹੀਂ ਤਾਂ 6 ਲੱਖ ਆਰਸੀ ਦਾ ਤੇ ਡਰਾਈਵਿੰਗ ਲਾਇਸੈਂਸ ਦਾ ਬੈਕਲੌਗ ਪ੍ਰਿੰਟਿੰਗ ਵਾਸਤੇ ਪੈਂਡਿੰਗ ਸਰਕਾਰ ਕੋਲੇ ਪਿਆ, ਜਿਹੜੀਆਂ ਜਾਣੀ ਕਿ ਇਹ ਤਾਂ ਫਿਰ ਵੱਡੀਆਂ ਦਿੱਕਤਾਂ ਆਉਣਗੀਆਂ। ਹੁਣ ਦਿਨੇ 20 ਰਹਿ ਗਏ, ਜਿਵੇਂ ਤੁਸੀਂ 30 ਜੂਨ ਦੀ ਗੱਲ ਕਰਦੇ ਹੋ। ਸਭ ਤੋਂ ਵੱਡੀ ਗੱਲ, ਸਰਕਾਰ ਦੇ ਅਫਸਰ ਪਾਲਿਸੀ ਬਣਾਉਂਦੇ ਆ ਰੇਤਾ ਬਾਜਰੀ ਲਈ, ਇਹਨਾਂ ਨੇ ਟਰੈਕਟਰ ਟਰਾਲੀ ਲਾਗੂ ਕੀਤਾ ਹੈ, ਪਰ ਆਰਸੀ ਤੋਂ ਬਿਨਾਂ ਉਹਨਾਂ ਨੂੰ ਪਰਮਿਟ ਨਹੀਂ ਮਿਲਦਾ, ਸੜਕ ਤੇ ਨਹੀਂ ਚੜਦਾ। ਸੈਕੰਡ ਗੱਲ, ਜਿਹੜਾ ਸੜਕ ਤੇ ਚੱਲਦਾ ਉਹਨੂੰ ਇੰਸ਼ੋਰੈਂਸ ਜ਼ਰੂਰੀ ਹੈ। ਜੇ ਆਰਸੀ ਨਹੀਂ ਬਣੀ ਉਹਨੂੰ ਕਲੇਮ ਕਿਵੇਂ ਮਿਲੂਗਾ? ਸਰਕਾਰ ਐਪਲੀਮੈਂਟ ਤੇ ਸਾਰੀ ਸਰਕਾਰ ਨੇ ਜ਼ੋਰ ਲਾਤਾ ਕਿ ਅਸੀਂ ਜੀਰੀ ਸਾਂਭ ਸੰਭਾਲੀ ਆਹ ਐਪਲੀਮੈਂਟ ਦੇ ਰਹੇ ਹਾਂ, ਉੱਤੇ ਆਹ ਸਬਸਿਡੀ ਦੇਵਾਂਗੇ, ਪਰ ਨਾਲ ਲੈਣਾ ਹੈ ਕਿ ਟਰੈਕਟਰ ਨੰਬਰ ਦੱਸੋ। ਆਰਸੀ ਬਣਨੀ ਨਹੀਂ, ਟਰੈਕਟਰ ਨੰਬਰ ਕਿੱਥੋਂ ਮੈਂਸ਼ਨ ਕਰਨਗੇ? ਕਿਵੇਂ ਸਬਸਿਡੀ ਮਿਲੂ? ਸਰਕਾਰ ਦੂਰਾ ਮਾਪਦੰਡ ਨਾ ਕਰੇ, ਕਿਸਾਨਾਂ ਨੂੰ ਖੁਸ਼ ਕਰਨ ਲਈ ਡਿਸਪਲੇ ਕੁਝ ਹੋਰ ਕਰਦੀ ਹੈ, ਸਾਡੇ ਤੇ ਚੈਨ ਲਾ ਕੇ ਉਹ ਰੋਕਤਾ। ਨਹੀਂ, ਵੈਸੇ ਤੁਸੀਂ ਗੱਲ ਕਰਦੇ ਸੀ ਕਿ ਕਮਰਸ਼ੀਅਲ 'ਚ ਆ ਗਏ, ਜਿਵੇਂ ਗੱਡੀਆਂ ਨੇ, ਕਾਰਾਂ ਨੇ ਜੀ, ਪਰ ਕਾਰਾਂ ਵਾਂਗ ਟੈਕਸ ਟੁਕਸ ਤਾਂ ਨਹੀਂ ਲਾਇਆ ਕੋਈ, ਜਿਵੇਂ ਕਿਸਾਨਾਂ ਦੇ ਕੋਈ ਟੈਕਸ ਕੋਈ ਨਹੀਂ ਲਾਇਆ। ਪਰ ਜਿਹੜੀ ਪੋਰਟਲ ਫੀਸ ਹੈ ਪਹਿਲਾਂ ਵੀ ਲੱਖ ਨਾਲ ਹੋ ਰਹੀ ਸੀ, ਪਹਿਲਾਂ ਵੀ ਹੋ ਰਹੀ ਸੀ। ਔਰ ਦੂਜੀ ਗੱਲ, ਜਿਹੜੇ ਛੋਟੇ ਡੀਲਰ ਨੇ ਉਹ ਕੀ ਕਰਦੇ ਸੀ, ਡੀਟੀਓ ਆਫਿਸ ਜਾ ਕੇ ਡਾਇਰੈਕਟ ਜਾਂ ਉੱਥੇ ਬੈਠੇ ਬੂਥ ਵਾਲੇ, ਤੁਸੀਂ ਸਾਰਿਆਂ ਨੇ ਪੋਰਟਲ ਲੈ ਲਿਆ, ਜੇ ਉਹ ਕਚਹਿਰੀਆਂ 'ਚ ਬੈਠੇ ਉਹ ਵੀ ਅਨਪਲਾਈਮੈਂਟ ਹੋਣਗੇ, ਉਹਨਾਂ ਦੇ ਰੁਜ਼ਗਾਰ ਤੇ ਵੀ ਅਸਰ ਪਊਗਾ, ਸਾਡੇ ਤੇ ਵੀ ਪੈ ਰਿਹਾ। ਸਰਕਾਰ ਅਸੀਂ ਬਿੱਲ ਦੇ ਰਹੇ ਹਾਂ, ਹੁਣ ਅਗਲਾ ਸਾਡੇ ਤੋਂ ਆਰਸੀ ਮੰਗਦਾ। ਸਰਕਾਰ ਨੇ ਨਾਲੇ ਤਾਂ 30 ਜੂਨ ਰੱਖਦੀ, ਨਾਲੇ ਉਦੋਂ ਪਹਿਲਾਂ ਬੰਦ। 30 ਤੱਕ ਤਾਂ ਓਪਨ ਹੋਵੇ, ਪੁਰਾਣੀਆਂ ਕੰਡੀਸ਼ਨਾਂ ਤੇ 30 ਤੱਕ ਬਣੇ। ਪਿਛਲੇ ਨਿਲ ਹੋ ਗਿਆ, ਅਗਲੀ ਵੇਖ ਕੇ ਸਾਡੇ ਨਾਲ ਗੱਲ ਕਰੇ। ਠੀਕ ਹੈ ਨਾ, ਕਿਸਾਨ ਸਵੇਰੇ ਸਾਡੇ ਬਾਹਰ 'ਚ ਆ ਜਾਂਦਾ,
ਅਸੀਂ ਬਹੁਤ ਅਫੈਕਟਡ ਆ। ਠੀਕ ਹੈ। ਵੈਸੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਡੀਪਲੀ ਅਸੀਂ ਗਰਾਊਂਡ ਜ਼ੀਰੋ ਤੋਂ ਦੇਖਦੇ ਹਾਂ ਵੀ ਦਿੱਕਤਾਂ ਕੀ ਨੇ, ਸਾਨੂੰ ਮਿਲਣ, ਸਾਡੇ ਨਾਲ ਗੱਲਬਾਤ ਕਰਨ, ਜਿਵੇਂ ਤੁਸੀਂ ਕਿਹਾ ਸੀ ਸੰਪਰਕ ਕਰਿਆ, ਕੰਟੈਕਟ ਕਰਿਆ, ਦੱਸਿਆ ਵੀ ਆ, ਪਰ ਫਿਰ ਕਿਵੇਂ ਨਹੀਂ ਬਿਲਕੁਲ ਬਿਲਕੁਲ ਮਾਨ ਸਾਹਿਬ ਸੋਚਦੇ ਹੋਣੇ ਕਿਸਾਨੀ ਲਈ, ਡੀਲਰ ਲਈ ਬਿਲਕੁਲ ਠੀਕ ਹੈ, ਪਰ ਜਿਹੜੇ ਆਫੀਸਰ ਲੌਬੀ ਬੈਠੀ ਉਹਨਾਂ ਨੂੰ ਪਤਾ ਨਹੀਂ। ਉਹਨਾਂ ਨੇ ਬਹਿ ਕੇ ਪਾਲਿਸੀ ਬਣਾਤੀ ਕਿ 4 ਵੀਲਰ ਇੱਕੋ ਹੀ ਗੱਲ ਹੈ। ਕਾਰ ਤੇ ਟਰੈਕਟਰ 'ਚ ਫਰਕ ਹੈ। ਕਾਰ ਦਾ ਡੀਲਰ 2 ਡਿਸਟ੍ਰਿਕਟ ਦਾ ਇੱਕ ਹੈ, ਉਹ 500 ਕਾਰ ਵੇਚਦਾ। ਅਸੀਂ 50 ਟਰੈਕਟਰ ਵੇਚਦੇ ਹਾਂ, ਤਹਿਸੀਲ ਲੈਵਲ ਤੇ ਆ, ਇੱਕ ਜ਼ਿਲ੍ਹੇ 'ਚ 25 30 ਡੀਲਰ ਨੇ। ਠੀਕ ਹੈ। 1 ਸਾਲ ਦੇ 1 ਸਾਲ ਦੇ। ਠੀਕ ਹੈ। ਉਹ 5 ਲੱਖ ਆਪਣੇ ਬਿਜ਼ਨਸ ਚੋਂ ਕਿਵੇਂ ਕੱਢੂਗਾ? ਨਹੀਂ ਰਨ ਕਰ ਸਕਦਾ। ਪਹਿਲਾਂ ਹੀ ਲਾਕਡਾਊਨ ਦੇ ਮਾਰੇ ਪਿਆ 3 ਸਾਲਾਂ ਨਵੀਂ ਗੱਲ ਆ ਗਈ। ਠੀਕ ਹੈ। ਜਾਨੀ ਕਿ ਵੱਡੀਆਂ ਦਿੱਕਤਾਂ ਆ ਰਹੀਆਂ ਨੇ, ਬਹੁਤ ਵੱਡੀਆਂ ਦਿੱਕਤਾਂ ਆ ਰਹੀਆਂ ਬਿਜ਼ਨਸ ਦੇ ਵਿੱਚ। ਇਸ ਟਾਈਮ ਕਰਨਾ ਬਹੁਤ ਔਖਾ ਹੋ ਰਿਹਾ। ਇਹ ਕਾਰੋਬਾਰ ਘਾਟੇ ਦਾ ਸੌਦਾ ਹੋ ਰਿਹਾ। ਬਿਲਕੁਲ ਜੀ। ਜੇ ਟਰੈਕਟਰ ਆ, ਕੋਈ ਸੋਨਾਲੀਕਾ, ਫਾਰਮ ਟਰੈਕ ਆ, ਸਵਰਾਜ ਆ, ਜਾਨੀ ਕਿ ਨਵੇਂ ਟਰੈਕਟਰ ਜਿਹੜੇ ਵੀ ਕਿਸਾਨ ਲੈਂਦੇ ਨੇ, ਵੱਡੀਆਂ ਦਿੱਕਤਾਂ ਆ ਰਹੀਆਂ ਨੇ। ਚਾਹੇ ਉਹ ਕਮਰਸ਼ੀਅਲ ਲੈਂਦੇ ਨੇ, ਜੇ ਰੇਤਾ ਬਜਰੀ ਢੋਂਦੇ ਨੇ, ਕੋਈ ਉਹ ਕਰਦੇ ਨੇ, ਜਾਨੀ ਕਿ ਦਿੱਕਤਾਂ ਨੇ, ਕਿਉਂਕਿ ਆਰਸੀ ਨਹੀਂ ਬਣ ਰਹੀ। ਜਸਵਿੰਦਰ ਸਿੰਘ ਕਾਕੜਾ ਮੌਜੂਦ ਨੇ। ਜਸਵਿੰਦਰ ਜੀ, ਕਿਵੇਂ ਦੇਖਦੇ ਹੋ ਫਾਰਮ ਟਰੈਕ ਦੀ, ਤੁਹਾਡੀ ਵੀ ਏਜੰਸੀ ਆ, ਕੋਈ ਆਰਸੀ ਨਹੀਂ ਬਣ ਰਹੀ, ਪੂਰੀ ਦਿੱਕਤਾਂ ਬਹੁਤ ਜ਼ਿਆਦਾ। ਬਿਲਕੁਲ ਜੀ, ਬਿਲਕੁਲ। ਭਗਵੰਤ ਮਾਨ ਸਰਕਾਰ ਇੱਕ ਪਾਸੇ ਤਾਂ ਵਾਅਦੇ ਕਰਦੀ ਹੈ ਕਿ ਹਾਂ ਪੰਜਾਬ ਦੇ ਵਿੱਚ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ ਜਾਣਗੇ, ਬਟ ਇਹੋ ਜਿਹੀਆਂ ਕੰਡੀਸ਼ਨਾਂ ਲਾਈਆਂ ਜਾ ਰਹੀਆਂ ਨੇ ਕਿ ਹਾਂ ਉਹਨਾਂ ਨੂੰ ਇੱਥੋਂ ਛੱਡ ਕੇ ਬਾਹਰ ਜਾਣਾ ਪੈ ਰਿਹਾ। ਉਹ ਇਹ ਬਹੁਤ ਵੱਡਾ ਕਾਰਨ ਹੈ ਕਿ ਹਾਂ ਜਿੱਦਾਂ ਟਰੈਕਟਰ ਦੀ ਮੇਰੇ ਕੋਲ ਡੀਲਰਸ਼ਿਪ ਹੈ, ਤਾਂ ਇਹਦੇ ਵਿੱਚ ਇਹਨਾਂ ਨੇ ਕੰਡੀਸ਼ਨ ਲਾਤੀ ਕਿ ਤੁਸੀਂ ਗ੍ਰੈਜੂਏਸ਼ਨ ਹੋਵੋਗੇ ਤਾਂ ਤੁਹਾਡੇ ਕੋਲ ਟ੍ਰੇਡ ਸਰਟੀਫਿਕੇਟ ਬਣੂਗਾ, ਤਾਂ ਤੁਸੀਂ ਪੋਰਟਲ ਲੈ ਪਾਓਗੇ। ਅਤੇ ਉਲਟਾ ਇੱਕ 5 ਲੱਖ ਰੁਪਈਆ ਇਹ ਕਮਰਸ਼ੀਅਲ ਕੈਟਾਗਰੀ ਦੇ ਵਿੱਚ ਟਰੈਕਟਰ ਨੂੰ ਵੀ ਪਾਇਆ ਗਿਆ, ਤਾਂ ਇਹਨੂੰ ਕਮਰਸ਼ੀਅਲ ਕੈਟਾਗਰੀ ਦੇ ਵਿੱਚੋਂ ਬਾਹਰ ਕੱਢਿਆ ਜਾਏ ਕਿ ਹਾਂ ਅਸੀਂ ਇਹੀ ਮੰਗ ਕਰਦੇ ਹਾਂ। ਮੇਨ ਬਿਲਕੁਲ। ਵੈਸੇ ਜੇ ਗੱਲਬਾਤ ਕਰੀਏ, ਪਹਿਲਾਂ ਹੁੰਦੀਆਂ ਸੀ ਜਦੋਂ ਆਰਸੀ ਬਣ ਜਾਂਦੀ ਸੀ, ਬਾਹਰ ਅਗਲਾ ਪਲੇਟ ਛਪਵਾ ਲੈਂਦਾ ਸੀ ਜਿੱਥੋਂ ਮਰਜ਼ੀ ਜਿਹੜੀ ਦੁਕਾਨ ਤੋਂ ਨਾ, ਜਦੋਂ ਦਾ ਕਿਤੇ ਨਾ ਕਿਤੇ ਹੁਣ ਚੱਲਿਆ ਵੀ ਜ਼ਿਲ੍ਹੇ 'ਚੋਂ ਇੱਕ ਜਗ੍ਹਾ ਹੀ ਪਲੇਟਾਂ ਬਣਵਾਉਣੀਆਂ ਨੇ, ਤੇ ਲਿਖ ਕੇ ਜਦੋਂ ਆਰਸੀ ਤੁਸੀਂ ਬਣਾਤੀ, ਜਦੋਂ ਹੋ ਗਿਆ ਉਸ ਤੋਂ ਬਾਅਦ ਅਪਲਾਈ ਕਰਕੇ ਬਣਨੀ ਤਾਂ ਉੱਥੋਂ ਹੀ ਆਰਸੀ। ਬਿਲਕੁਲ ਆਰਟੀਓ ਆਫਿਸ ਦੇ ਵਿੱਚੋਂ ਹੀ ਆਰਸੀ ਬਣਨੀ ਹੁੰਦੀ ਹੈ, ਬਟ ਇਹ ਹੈ ਕਿ ਹਾਂ ਗੌਰਮੈਂਟ ਦੀਆਂ ਨਵੀਆਂ ਕੰਡੀਸ਼ਨਾਂ ਕਾਰਨ ਇਹ ਕਿਸਾਨਾਂ ਨੂੰ ਬਹੁਤ ਖੱਜਲ ਖੁਆਰੀ ਹੋਰ ਵੱਧ ਰਹੀ ਹੈ। ਇਹਨਾਂ ਦੇ ਮਤਲਬ ਵਾਧੂ ਬੋਝ ਵੀ ਪੈ ਰਿਹਾ ਇਸ ਚੀਜ਼ ਦਾ ਕਿ ਹਾਂ ਉਹਨਾਂ ਤੇ ਆਰਸੀ ਨਹੀਂ ਬਣ ਪਾ ਰਹੀ, ਕਿਉਂਕਿ 5 ਲੱਖ ਰੁਪਈਆ ਹਰੇਕ ਡੀਲਰ ਦੇ ਵੱਸ ਦਾ ਰੋਗ ਨਹੀਂ ਹੈਗਾ ਕਿ ਉਹ ਦੇ ਪਾਏ। ਠੀਕ ਹੈ। ਜਾਨੀ ਕਿ ਦਿੱਕਤਾਂ ਨੇ, ਮਤਲਬ ਦੁਬਾਰਾ ਜੇ ਕਿਤੇ ਨਾ ਕਿਤੇ ਸਰਕਾਰ ਉਹ ਗੌਰ ਕਰੇ ਤਾਂ ਸਿਸਟਮ ਸਹੀ ਹੋਊਗਾ। ਅਸੀਂ ਮਤਲਬ ਸਰਕਾਰ ਦੇ ਨੁਮਾਇੰਦਿਆਂ ਤੱਕ ਬਹੁਤ ਜ਼ਿਆਦਾ ਅਪਰੋਚ ਕੀਤੀ ਹੈ ਅਸੀਂ ਕਿ ਹਾਂ ਫਾਈਨਾਂਸ ਮਿਨਿਸਟਰ ਨੂੰ ਵੀ ਮਿਲੇ ਹਾਂ, ਅਤੇ ਆਪਣਾ ਲਾਲਜੀਤ ਭੁੱਲਰ ਜੀ ਟਰਾਂਸਪੋਰਟ ਮੰਤਰੀ ਨੂੰ ਮਿਲੇ ਆ, ਅਤੇ ਆਪਣਾ ਮੁੱਖ ਮੰਤਰੀ ਦੇ OSD ਰਾਜਵੀਰ ਸਿੰਘ ਨੂੰ ਘਰਾਚੋਂ ਨੂੰ ਵੀ ਮਿਲੇ ਆ, ਬਟ ਹਾਲੇ ਤੱਕ ਸਾਨੂੰ ਕੋਈ ਵੀ ਇਸ ਚੀਜ਼ ਦਾ ਰਿਸਪੌਂਸ ਨਹੀਂ ਮਿਲਿਆ ਹੈਗਾ। ਬਿਲਕੁਲ ਜੀ। ਹਾਂਜੀ ਪ੍ਰਧਾਨ ਜੀ, ਕੀ ਕਹਿਣਾ ਚਾਹੁੰਦੇ ਹੋ ਲਾਸਟ 'ਚ ਤੁਸੀਂ ਸਰਕਾਰ ਨੂੰ ਕੀ ਸੁਨੇਹਾ ਦੇਵੋਗੇ? ਸਰਕਾਰ ਨੂੰ ਸੁਨੇਹਾ ਦੇਣਾ ਚਾਹਾਂਗੇ, ਜੇ ਸਰਕਾਰ ਇਸ ਪਾਲਿਸੀ ਨੂੰ ਨਹੀਂ ਅਮੈਂਡ ਕਰਦੀ ਤਾਂ ਸਰਕਾਰ ਦਾ GST ਰੈਵਨਿਊ ਹੈ ਜਿਹੜਾ, ਸੇਲ ਘਟੂਗੀ ਤਾਂ ਰੈਵਨਿਊ ਵੀ ਘਟੂਗਾ। ਸਰਕਾਰ ਦਾ ਹੀ ਲਾਸ ਜ਼ਿਆਦਾ ਆ। ਇਹ ਛੋਟੇ ਮੋਟੇ ਮਤਲਬ ਟਿੰਨੀ ਮਿੰਨੀ ਲਾ ਕੇ ਨਾ, ਟੈਕਸ ਲਾ ਕੇ ਜਾਂ ਸਿਕਿਉਰਿਟੀ ਦੇ ਪੋਰਟਲ ਵਧਾ ਕੇ ਇੱਦਾਂ ਤੰਗ ਕਰਨ ਨਾਲ ਮੇਰੇ ਖਿਆਲ ਸਰਕਾਰ ਨੂੰ ਕੋਈ ਜ਼ਿਆਦਾ ਆਮਦਨ ਨਹੀਂ ਹੋਣੀ। ਸਰਕਾਰ ਆਪਣੀ ਆਮਦਨ ਵਧਾਵੇ, ਰਿਲੀਫ ਦੇਊਗੀ, ਬਾਕੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੰਮ ਮਿਲੂਗਾ। ਕਿਸਾਨੀ ਤੇ ਬੜਾ ਵਧੀਆ ਇਹਦਾ ਉਹ ਆਊਗਾ, ਤੇ ਪੋਰਟਲ ਦੇ ਵਿੱਚ ਜੇ ਆਰਸੀਆਂ ਬਣਨਗੀਆਂ ਤਾਂ ਉਹ ਸਬਸਿਡੀ ਵੀ ਲੈ ਸਕਦੇ, ਕੰਮ ਕਰ ਸਕਦੇ ਨੇ। ਠੀਕ ਹੈ। ਨਹੀਂ ਵੈਸੇ ਸਰਕਾਰ ਨੂੰ ਤੁਹਾਨੂੰ ਕੀ ਲੱਗਦਾ, ਕਿਉਂ ਸਰਕਾਰ ਨੇ ਅਜਿਹਾ ਕੀਤਾ ਕਿ ਰੱਖਿਆ ਤਾਂ ਚਲੋ ਆਪਾਂ ਗੱਡਾ ਕਹਿੰਦੇ ਹੁੰਦੇ ਸੀ ਟਰੈਕਟਰ ਨੂੰ, ਇੱਕ ਕਮਰਸ਼ੀਅਲ 'ਚ ਨਹੀਂ ਲੈ ਕੇ ਆਏ, ਸਾਰਾ ਸਿਸਟਮ ਸੀ ਵੀ ਕਿਉਂ, ਕਾਰਨ ਕੀ ਲੱਗਦਾ ਤੁਹਾਨੂੰ? ਬਿਊਰੋਕ੍ਰੇਸੀ ਨੇ ਦੇਖਿਆ ਹੀ ਨਹੀਂ, ਉਹਨੇ ਤਾਂ 4 ਵੀਲਰ ਨੂੰ ਇੱਕੋ ਕੈਟਾਗਰੀ ਦੇ ਵਿੱਚ ਪਾਤਾ। ਉਹਨਾਂ ਨੂੰ ਪਤਾ ਹੀ ਨਹੀਂ ਵੀ 4 ਵੀਲਰ ਹੈ ਜਿਹੜਾ ਟਰੈਕਟਰ ਹੈ ਸਾਰੀ ਚੀਜ਼ਾਂ ਤੋਂ ਐਗਜ਼ੈਂਪਟਡ ਹੈ, ਕੰਬਾਈਨ ਹੈ ਸਾਰੀ ਚੀਜ਼ਾਂ ਤੋਂ ਐਗਜ਼ੈਂਪਟਡ ਹੈ, ਬਟ ਉਹਨਾਂ ਨੇ ਇਹਨੂੰ ਸੇਮ ਕੈਟਾਗਰੀ 'ਚ ਪਾਤਾ। ਕਾਰ ਲਗਜ਼ਰੀ ਜਿਹੜੀ ਚੀਜ਼ ਯੂਜ਼ ਕਰ ਰਹੇ ਹੋ, ਬਟ ਉਹਨੂੰ ਇਹਦੇ ਵਿੱਚ ਯੂਜ਼ ਕਰਨ, ਮਤਲਬ ਇਹਦੇ ਵਿੱਚ ਪਾਉਣ ਕਰਕੇ ਸਰਕਾਰ ਨੇ ਇਹ ਸੋਚਿਆ ਹੀ ਨਹੀਂ ਵੀ ਸਾਡਾ ਇਹ ਨੁਕਸਾਨ ਹੋਣਾ। ਠੀਕ ਹੈ। ਬਿਲਕੁਲ ਜੀ। ਸੋ ਲਗਾਤਾਰ ਜਿਹੜੇ ਪੂਰੇ ਪੰਜਾਬ ਦੇ ਡੀਲਰ ਨੇ ਉਹ ਸਮੱਸਿਆਵਾਂ ਦੱਸ ਰਹੇ ਨੇ ਕਿ ਇਹ ਦਿੱਕਤਾਂ ਆ ਰਹੀਆਂ ਨੇ, ਚਾਹੇ ਜਿਹੜੇ ਵੀ ਟਰੈਕਟਰ ਨੇ, ਕਿਉਂਕਿ ਨਵੇਂ ਟਰੈਕਟਰ ਜਦੋਂ ਲੈਂਦਾ ਕਿਸਾਨ, ਲੈਂਦਾ ਕੋਈ ਵੀ ਲੈਂਦਾ, ਤਾਂ ਆਰਸੀ ਤਾਂ ਕਿਸੇ ਵੀ ਵਹੀਕਲ ਦੀ ਸਭ ਤੋਂ ਪਹਿਲਾਂ ਜ਼ਰੂਰੀ ਮੇਨ ਮੰਗ ਹੁੰਦੀ ਹੈ ਕਿ ਆਰਸੀ ਕਦੋਂ ਬਣੂਗੀ ਜੀ, ਤੇ ਸਾਨੂੰ ਦਿੱਕਤ ਨਾ ਆਵੇ ਕੋਈ। ਬਾਈ ਜੀ ਮੌਜੂਦ ਨੇ। ਬਾਈ ਜੀ ਕਿੱਥੋਂ ਤੁਸੀਂ? ਮੈਂ ਅਮਨਜੀਤ ਸਿੰਘ ਬਠਿੰਡਾ ਤੋਂ, ਜੌਂਡੀਆ ਡੀਲਰ। ਠੀਕ ਹੈ। ਅਸਲ ਦੇ ਵਿੱਚ ਜੋ ਬਿਊਰੋਕ੍ਰੇਸੀ ਹੈ ਗਰਾਊਂਡ ਰਿਐਲਿਟੀ ਤੋਂ ਬਹੁਤ ਪਰੇ ਹੈ। ਉਹਨਾਂ ਨੂੰ ਚਾਹੀਦਾ ਵੀ ਥੱਲੇ ਜਾ ਕੇ ਡੀਲਰਾਂ ਨੂੰ ਮਿਲੇ। ਜਦੋਂ ਸਾਡੇ ਕੋਲੇ ਆਇਆ ਸੀਗਾ ਵੀ ਅਗਸਤ 2022 ਤੋਂ ਵੀ ਤੁਹਾਨੂੰ ਇਹ 5 ਲੱਖ ਦਾ ਕਰਨਾ ਹੋਊ, ਅਸੀਂ ਵੀ ਅਪਰੋਚ ਕੀਤਾ, ਅਸੀਂ RTA ਨੂੰ ਅਪਰੋਚ ਕੀਤਾ, ਅਸੀਂ ਉੱਥੋਂ ਬੰਦਾ ਕੀਤਾ, ਉਹ ਸਿੰਪਲੀ ਹੱਥ ਹਿਲਾ ਦਿੰਦੇ ਸੀ ਜੀ ਉੱਤੋਂ ਆਇਆ। ਅਸੀਂ ਆਪਦੇ MLA ਸਾਹਿਬ ਨੂੰ ਵੀ ਮਿਲੇ, ਉਹਨਾਂ ਨੇ ਵੀ CM ਸਾਹਿਬ ਨੂੰ ਲੈਟਰ ਲਿਖਿਆ ਵੀ ਆਹ ਚੀਜ਼ ਤੇ ਗੌਰ ਕੀਤਾ ਜਾਵੇ, ਪਰ ਜਿਵੇਂ ਕਿਸੇ ਨੂੰ ਕੋਈ ਪਰਵਾਹ ਹੀ ਨਹੀਂ ਹੁੰਦੀ, ਉਸ ਹਿਸਾਬ ਦਾ ਰਵੱਈਆ ਅਪਣਾ ਰਹੇ ਆ ਵੀ ਜਿਵੇਂ ਕੋਈ ਆਉਂਦੇ ਨੇ, ਕਈ ਵਾਰੀ ਇਹ ਲੱਗਦਾ ਹੁੰਦਾ ਜਿਵੇਂ 3 ਜਾਣੇ ਜਾਂਦੇ ਨੇ, ਉਹਨਾਂ ਨੂੰ ਐਂ ਲੱਗਦਾ ਵੀ ਸਿਰਫ ਇਹੀ 3 ਜਾਣੇ ਰੌਲਾ ਪਾਈ ਜਾਂਦੇ, ਹੋਰ ਨਹੀਂ। ਅੱਜ ਅਸੀਂ ਪੂਰੇ ਪੰਜਾਬ ਭਰ ਤੋਂ ਇਕੱਠ ਕਰਕੇ ਆਪਦਾ ਇਹੀ ਪ੍ਰਦਾਨ ਕੀਤਾ ਵੀ ਸਾਰਾ ਪੰਜਾਬ ਦੁਖੀ ਹੈ, ਸਾਰੇ ਪੰਜਾਬ ਦਾ ਤੁਸੀਂ ਧਿਆਨ ਰੱਖੋ। ਇਹਦੇ ਨਾਲ ਜ਼ਿਮੀਂਦਾਰ ਵੀ ਇਫੈਕਟ ਕਰ ਰਿਹਾ, ਕਾਰੋਬਾਰੀ ਵੀ ਇਫੈਕਟ ਕਰ ਰਿਹਾ,
ਸਰਕਾਰ ਤਾਂ ਕਹਿ ਰਹੀ ਅਸੀਂ ਕਾਰੋਬਾਰੀਆਂ ਨੂੰ ਵੀ ਕਰਨਾ, ਰੁਜ਼ਗਾਰ ਵੀ ਦੇਣਾ, ਬਾਹਰ ਜਾਂਦੇ ਮੁੰਡੇ ਵੀ ਰੋਕਣੇ ਆ। ਤੇ ਮੁੰਡੇ ਕਿਵੇਂ ਰੋਕਣਗੇ? ਜੇ ਟਰੈਕਟਰ ਲੈਣਗੇ ਕੰਮ ਕਰਨਗੇ, ਤੇ ਮੁੰਡੇ ਪਹਿਲਾਂ ਕੰਮ ਨਹੀਂ ਕਰਦੇ ਤੇ ਉਹ ਬਾਹਰ ਨੂੰ ਦੇਖਣ ਲੱਗ ਜਾਂਦੇ ਆ। ਬਾਹਰ ਵੀ ਨਹੀਂ ਕੰਮ ਮਿਲ ਰਿਹਾ, ਹੁਣ ਉਹ ਸੋਚ ਰਿਹਾ ਵੀ ਅਸੀਂ ਟਰੈਕਟਰ ਦਾ ਕੰਮ ਕਰਕੇ, ਕੋਈ ਕਿਰਾਏ ਕੱਪੇ ਦਾ ਕੰਮ ਕਰਕੇ ਆਪਦਾ ਰੁਜ਼ਗਾਰ ਵਧਾਈਏ। ਆਰਸੀਆਂ ਬਣ ਨਹੀਂ ਰਹੀਆਂ, ਸਬਸਿਡੀ ਉਹਨਾਂ ਨੂੰ ਸੰਦਾਂ ਦੀ ਨਹੀਂ ਮਿਲਣੀ, ਕਿਵੇਂ ਉਹ ਪੂਰਾ ਕਰਨਗੇ ਜੀ ਇਹ? ਬਿਲਕੁਲ, ਜਾਨੀ ਕਿ ਇਹ 'ਚ ਸੋਧ ਬਹੁਤ ਜ਼ਰੂਰੀ ਹੈ, ਜਾਨੀ ਕਿ ਕਿਤੇ ਨਾ ਕਿਤੇ ਸੋਚਣਾ ਮੌਕੇ ਦੀ ਲੋੜ ਆ। ਬਿਲਕੁਲ ਸੋਧ ਕੀ ਜੀ, ਇਹ ਐਡਾ ਕੁ ਸਰਕਲ ਵੱਡਾ ਇਹ ਜ਼ਿਮੀਂਦਾਰ ਦਾ ਵੀ ਇਹਨਾਂ ਨਾਲ ਸਾਰੇ ਅਦਾਰੇ ਜੁੜੇ ਹੋਏ ਨੇ। ਜੇ ਜ਼ਿਮੀਂਦਾਰ ਕੰਮ ਕਰਦਾ, ਪੈਟਰੋਲ ਪੰਪ ਵੀ ਜੁੜਿਆ ਹੋਇਆ ਇਹਦੇ ਨਾਲ, ਇਹਨਾਂ ਦਾ ਲੋਕਲ ਜਿਹੜੇ ਆੜ੍ਹਤੀ ਉਹ ਵੀ ਜੁੜੇ ਹੋਏ ਨੇ, ਅਸੀਂ ਵੀ ਜੁੜੇ ਹੋਏ ਹਾਂ। ਸਾਡੇ ਕੋਲੇ ਘੱਟੋ ਘੱਟ 15-20 ਜਣਾਂ ਦਾ ਸਟਾਫ ਹੈ, ਉਹ ਵੀ ਜੁੜਿਆ ਹੋਇਆ। ਵੀ ਇਹ ਛੋਟੀ ਗੱਲ ਨਹੀਂ ਹੈਗੀ, ਵੀ ਤੁਸੀਂ ਇਹਨੂੰ ਕਹੋਗੇ ਤਾਂ ਲੱਖਾਂ ਦੇ ਅਦਾਰੇ ਇਹਦੇ ਨਾਲ ਜੁੜੇ ਹੋਏ ਨੇ। ਤਾਂ ਹੀ ਸਾਡਾ ਇਹ ਰੋਸ ਹੈ ਵੀ ਇਹਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਇੰਨਾ ਡਿਲੇ ਪਾਉਣਾ ਤਾਂ ਬਹੁਤ ਮਾੜੀ ਗੱਲ ਹੈ। ਉਹ ਵੀ ਜਦੋਂ ਕਿ ਅਸੀਂ ਪਹੁੰਚ ਰਹੇ ਹਾਂ, ਰਿਕੁਐਸਟ ਲੈਟਰ ਦੇ ਰਹੇ ਹਾਂ, ਰਿਕੁਐਸਟ ਲੈਟਰ ਤੋਂ ਬਾਅਦ ਫੋਲੋ ਅਪ ਕਰ ਰਹੇ ਹਾਂ, ਪਰ ਜਿਵੇਂ ਕਿਸੇ ਨੂੰ ਕੋਈ ਪਰਵਾਹ ਹੀ ਨਹੀਂ, ਉਵੇਂ ਜੇ ਕੰਮ ਚੱਲੀ ਜਾਂਦਾ। ਸਮਝ ਨਹੀਂ ਆ ਰਹੀ ਵੀ ਕਿਉਂ ਇੰਨਾ ਡਿਲੇ ਹੋ ਰਿਹਾ। ਠੀਕ ਹੈ, ਬਿਲਕੁਲ ਜੀ। ਸੋ ਪੰਜਾਬ ਡੀਲਰ ਐਸੋਸੀਏਸ਼ਨ ਦੇ ਆਗੂ ਨੇ, ਜਿਹੜੇ ਡੀਲਰ ਨੇ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ, ਉਹ ਸੰਗਰੂਰ 'ਚ ਇਕੱਠੇ ਹੋਏ ਨੇ, ਜੋ ਵੱਡੀਆਂ ਸਮੱਸਿਆਵਾਂ ਦੱਸ ਰਹੇ ਨੇ ਕਿ ਆਰਸੀ ਨਹੀਂ ਬਣ ਰਹੀ, ਕਿਤੇ ਨਾ ਕਿਤੇ ਜਿਹੜੀਆਂ ਪੋਰਟਲ 'ਚ ਚੇਂਜਸ ਲਿਆਂਦੀਆਂ ਨੇ ਉਹ ਗਲਤ ਲਿਆਂਦੀਆਂ ਨੇ, ਦਿੱਕਤਾਂ ਆ ਰਹੀਆਂ ਨੇ ਵੱਡੀਆਂ, ਕਿ ਉਹ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਅਤੇ ਕਿਹਾ ਕਿ ਅਸੀਂ ਮੰਤਰੀਆਂ ਨੂੰ ਵੀ ਮਿਲਿਆ, ਵਿਧਾਇਕਾਂ ਨੂੰ ਵੀ ਮਿਲਿਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਵੀ ਅਪਰੋਚ ਕੀਤੀ, ਪਰ ਸਾਡਾ ਕੋਈ ਹੱਲ ਨਹੀਂ ਹੋਇਆ। ਇਸ ਲਈ ਪ੍ਰੈਸ ਕਾਨਫਰੰਸ ਕਰਨ ਨੂੰ ਮਜਬੂਰ ਹੋਇਆ ਅਤੇ ਇਸ ਦੀ ਤੁਰੰਤ ਗੌਰ ਕੀਤੀ ਜਾਵੇ। ਕੈਮਰਾਮੈਨ ਹਸਨ ਜੁਬਰਾਜ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।